ਰੂਹਾਨੀਅਤ ਦੇ ਤਲਬਗਾਰ ਦਾ ਸਪਿਰਿਚੁਅਲ ਟੇਸਟ। ਸਾਡੇ ਇਸ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ। ਦੋਸਤੋ, ਰੂਹਾਨੀਅਤ ਦੇ ਤਲਬਗਾਰ ਦਾ ਸਪਿਰਿਚੁਅਲ ਟੇਸਟ ਇੱਕ ਛੋਟਾ ਜਿਹਾ ਉਪਰਾਲਾ, ਇੱਕ ਛੋਟਾ ਜਿਹਾ ਯਤਨ ਹੈ ਉਹਨਾਂ ਜੀਵਾਂ ਦੇ ਲਈ ਜਿਨ੍ਹਾਂ ਨੂੰ ਰੂਹਾਨੀਅਤ ਦੀ ਤਲਬ ਹੈ, ਰੂਹਾਨੀਅਤ ਦੀ ਭੁੱਖ ਹੈ। ਸੋ ਇੱਕ ਛੋਟਾ ਜਿਹਾ ਯਤਨ ਲੈ ਕੇ ਹਾਜ਼ਰ ਹਾਂ। ਉਮੀਦ ਹੈ ਤੁਹਾਨੂੰ ਇਹ ਪ੍ਰੈਜੈਂਟੇਸ਼ਨ ਬਹੁਤ ਚੰਗੀ ਲੱਗੇਗੀ। ਦੋਸਤੋ, ਰੂਹਾਨੀਅਤ ਦੇ ਤਲਬਗਾਰ ਦਾ ਸਪਿਰਿਚੁਅਲ ਟੇਸਟ ਦੇ ਇਸ ਦੂਸਰੇ ਭਾਗ ਵਿੱਚ ਅਸੀਂ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਕਿ ਪਹਿਲੇ ਭਾਗ ਦੇ ਵਿੱਚ ਤੁਸੀਂ ਦੇਖਿਆ ਕਿ ਰੂਹਾਨੀਅਤ ਦੀ ਤਲਬ ਇਹ ਚੇਟਕ ਗੁਰੂ ਲਗਾਉਂਦਾ ਹੈ। ਇਸੇ ਤਰ੍ਹਾਂ ਰੂਹਾਨੀਅਤ ਦੇ ਦੂਸਰੇ ਭਾਗ ਵਿੱਚ ਅਸੀਂ ਇੱਕ ਕਿਤਾਬ ਲੈ ਕੇ ਹਾਜ਼ਰ ਹਾਂ। ਦੋਸਤੋ, ਇਸ ਰੂਹਾਨੀਅਤ ਦੀ ਤਲਬ ਨੂੰ ਪੂਰਾ ਕਰਨ ਦੇ ਲਈ ਜਿਨ੍ਹਾਂ ਨੂੰ ਵੀ ਰੂਹਾਨੀਅਤ ਦੀ ਚੇਟਕ ਲੱਗ ਚੁੱਕੀ ਹੈ, ਉਹ ਕੁਝ ਜਾਣਨਾ ਚਾਹੁੰਦੇ ਨੇ, ਕੁਝ ਪਾਉਣਾ ਚਾਹੁੰਦੇ ਨੇ, ਤਾਂ ਜ਼ਰੂਰੀ ਹੈ ਸੰਤਾਂ ਮਹਾਤਮਾ ਦੇ ਜੋ ਉਹਨਾਂ ਦੇ ਉਪਦੇਸ਼ ਗ੍ਰੰਥਾਂ ਪੋਥੀਆਂ ਵਿੱਚ ਦਰਜ ਹਨ, ਉਹਨਾਂ ਤੋਂ ਕੁਝ ਅਸੀਂ ਫਾਇਦਾ ਉਠਾ ਲਈਏ। ਤੇ ਇਸ ਦੇ ਲਈ ਜ਼ਰੂਰੀ ਹੈ ਕਿਤਾਬਾਂ ਪੜ੍ਹਨਾ। ਪਰ ਅਸੀਂ ਸਾਰੇ ਜਾਣਦੇ ਹਾਂ ਅੱਜ ਕੱਲ੍ਹ ਜੋ ਸਮਾਂ ਹੈ ਉਹ ਇਤਨਾ ਜ਼ਿਆਦਾ ਤੇਜ਼ੀ ਨਾਲ ਨਿਕਲ ਰਿਹਾ ਹੈ। ਘਰ ਦੇ ਕੰਮਾਂ ਦੇ ਜਾਂ ਹੋਰ ਬਾਹਰੀ ਬਿਜ਼ਨਸ ਦੇ ਰੁਝੇਵਿਆਂ ਵਿੱਚ ਕਿਤਾਬਾਂ ਪੜ੍ਹਨ ਦਾ ਸਮਾਂ ਹੀ ਨਹੀਂ ਮਿਲਦਾ। ਪਰ ਜਿਹੜੀ ਆਤਮਾ ਦੀ ਤਲਬ ਹੈ, ਭੁੱਖ ਹੈ ਉਸ ਰੂਹਾਨੀ ਗਿਆਨ ਦੇ ਲਈ, ਉਹ ਤਾਂ ਉਸੇ ਤਰ੍ਹਾਂ ਹੀ ਠਾਠਾਂ ਮਾਰਦੀ ਹੈ। ਸੋ ਇਸ ਰੂਹਾਨੀਅਤ ਦੀ ਤਲਬ ਨੂੰ ਪੂਰਾ ਕਰਨ ਦਾ ਇਹ ਛੋਟਾ ਜਿਹਾ ਸਾਡਾ ਉਪਰਾਲਾ ਹੈ। ਅਸੀਂ ਇਸ ਚੈਨਲ ਦੇ ਵਿੱਚ ਇੱਕ ਕਿਤਾਬ, ਉਹਦਾ ਵਿਸ਼ਾ, ਉਹਦੇ ਕੁਝ ਪੰਨਿਆਂ ਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਚਾਹਵਾਨਾਂ ਦੀ ਇਸ ਚੇਟਕ ਨੂੰ ਕੋਈ ਫਾਇਦਾ ਮਿਲ ਸਕੇ। ਉਮੀਦ ਹੈ ਕਿ ਇਹ ਤਲਬ ਤੁਹਾਡੀ ਜ਼ਰੂਰ ਪੂਰੀ ਹੋਵੇਗੀ। ਸੋ ਦੋਸਤੋ, ਅੱਜ ਦੇ ਇਸ ਰੂਹਾਨੀਅਤ ਦੇ ਤਲਬਗਾਰ ਦੇ ਦੂਸਰੇ ਭਾਗ ਵਿੱਚ ਅਸੀਂ ਇੱਕ ਕਿਤਾਬ ਲੈ ਕੇ ਆਏ ਹਾਂ। ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਕਿਤਾਬ ਹੈ ਮਦਨ ਸਾਹਿਬ ਦੀ। ਦੋਸਤੋ, ਮਦਨ ਸਾਹਿਬ ਰੂਹਾਨੀਅਤ ਦੀ ਦੁਨੀਆ ਵਿੱਚ ਇੱਕ ਐਸੇ ਸੰਤ ਹੋਏ ਨੇ ਜਿਨ੍ਹਾਂ ਦਾ ਉਪਦੇਸ਼ ਗੁੰਮਨਾਮ ਹੋ ਕੇ ਰਹਿ ਗਿਆ। ਇਸ ਪੁਸਤਕ ਨੂੰ ਲਿਖੇ ਜਾਣ ਦਾ ਢੰਗ ਵੀ ਬੜੇ ਰੌਚਕ ਤਰੀਕੇ ਨਾਲ ਹੋਇਆ। ਹਜ਼ੂਰ ਵੱਡੇ ਮਹਾਰਾਜ ਜੀ ਬਾਬਾ ਸਾਵਨ ਸਿੰਘ ਜੀ ਆਪਣੇ ਸਤਸੰਗ ਵਿੱਚ ਮਹਾਤਮਾ ਮਦਨ ਸਾਹਿਬ ਦੀ ਬਾਣੀ ਵਿੱਚੋਂ ਇੱਕ ਪ੍ਰਸੰਗ ਲਿਆ ਕਰਦੇ ਸਨ। ਕਿਹੜਾ ਪ੍ਰਸੰਗ ਹੈ? ਵਿਚਾਰ ਕਰੀਏ। ਆਪ ਗੁਰੂ ਬਾਰੇ ਸਮਝਾਉਂਦੇ ਨੇ। ਸੋਈ ਗੁਰ ਪੂਰਾ ਕਹਿਲਾਵੇ, ਦੋਏ ਅਕਸ਼ਰ ਕਾ ਭੇਦ ਲਖਾਵੇ, ਏਕ ਛੁਡਾਵੇ ਏਕ ਮਿਲਾਵੇ, ਤਬ ਨਿਹਸ਼ੰਕ ਨਿਜ ਘਰ ਪਹੁੰਚਾਵੇ, ਸੋ ਗੁਰ ਬੰਦੀ ਛੋੜ ਕਹਾਵੇ, ਬੰਦੀ ਛੋੜ ਕੇ ਜੀਵ ਮੁਕਤ ਕਰਾਵੇ। ਹੁਣ ਦੋਸਤੋ, ਜਦੋਂ ਇਹ ਪ੍ਰਸੰਗ ਲਿਆ ਜਾਂਦਾ ਸੀ ਤਾਂ ਮੌਜੂਦਾ ਸਰਕਾਰ ਬਾਬਾ ਗੁਰਿੰਦਰ ਸਿੰਘ ਜੀ ਨੇ ਆਪਣੇ ਪਬਲੀਕੇਸ਼ਨ ਡਿਪਾਰਟਮੈਂਟ ਵਿੱਚ ਇਹ ਹੁਕਮ ਜਾਰੀ ਕੀਤਾ ਕਿ ਪਤਾ ਕੀਤਾ ਜਾਵੇ ਮਦਨ ਸਾਹਿਬ ਦੀ ਬਾਣੀ ਬਾਰੇ, ਇਹਨਾਂ ਦੀ ਕਿਤਾਬ ਬਾਰੇ ਤੇ ਇਹਨਾਂ ਨਾਲ ਸੰਬੰਧਿਤ ਹੋਰ ਜੋ ਵੀ ਜਾਣਕਾਰੀ ਹੈ ਉਸ ਨੂੰ ਇਕੱਠਾ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਬਾਣੀ ਤੋਂ ਸਾਨੂੰ ਫਾਇਦਾ ਜਾਂ ਸੇਧ ਪ੍ਰਾਪਤ ਹੋ ਸਕੇ। ਫਿਰ ਕਾਫੀ ਯਤਨਾਂ ਤੋਂ ਬਾਅਦ ਦਿੱਲੀ ਦੇ ਇੱਕ ਪ੍ਰੇਮੀ ਸਤਸੰਗੀ ਦੀ ਹਿੰਦੁਸਤਾਨ ਆਰਟ ਅਕੈਡਮੀ ਦੀ ਲਾਇਬ੍ਰੇਰੀ ਹਿੰਦੀ ਵਿਭਾਗ ਵਿੱਚੋਂ ਮਹਾਤਮਾ ਮਦਨ ਸਾਹਿਬ ਦੁਆਰਾ ਰਚਿਤ ਪੁਸਤਕ ਨਾਮ ਪ੍ਰਕਾਸ਼ ਪ੍ਰਾਪਤ ਹੋ ਗਈ ਤੇ ਫਿਰ ਇਸ ਪੁਸਤਕ ਨੂੰ ਲਿਖਣ ਦਾ ਕਾਰਜ ਆਰੰਭ ਹੋਇਆ। ਦੋਸਤੋ, ਬਹੁਤ ਹੀ ਰੌਚਕ ਤਰੀਕੇ ਨਾਲ ਮਦਨ ਸਾਹਿਬ ਦੀ ਬਾਣੀ ਦੇ ਵਿੱਚੋਂ ਗੁਰੂ ਦੇ ਪ੍ਰਸੰਗ ਨੂੰ ਲੈ ਕੇ ਹਾਜ਼ਰ ਹਾਂ। ਆਪਨੇ ਕੀ ਬਿਆਨ ਕੀਤਾ? ਸੋਈ ਗੁਰ ਪੂਰਾ ਕਹਿਲਾਵੇ, ਦੋਏ ਅਕਸ਼ਰ ਕਾ ਭੇਦ ਲਿਖਾਵੇ। ਹੁਣ ਚੇਟਕ ਇੱਥੇ ਹੋਰ ਜ਼ਿਆਦਾ ਲੱਗ ਜਾਂਦੀ ਹੈ ਕਿ ਆਮ ਕਰਕੇ ਸੰਤਾਂ ਮਹਾਤਮਾ ਨੇ 5 ਨਾਮ ਦਾ ਭੇਦ ਦੱਸਿਆ ਹੈ, ਪਰ ਮਦਨ ਸਾਹਿਬ ਸਮਝਾਉਂਦੇ ਨੇ 2 ਅੱਖਰਾਂ ਦਾ ਭੇਦ ਜਿਹੜਾ ਗੁਰੂ ਦੱਸਦਾ ਹੈ। 2 ਅੱਖਰ ਕਿਹੜੇ ਕਿਹੜੇ? ਕਹਿੰਦੇ ਨਾਮ ਦਾ ਭੇਦ, ਨੰਨਾ ਤੇ ਮੰਮਾ।
ਜਿਹੜਾ ਇਸ ਨਾਮ ਦੇ ਭੇਦ ਨੂੰ, ਦੋ ਅੱਖਰਾਂ ਦੇ ਭੇਦ ਨੂੰ ਸਮਝਾ ਦੇਵੇ, ਕਹਿੰਦੇ ਉਹ ਪੂਰਾ ਗੁਰੂ ਹੈ। ਇਹਨਾਂ ਵਿੱਚੋਂ ਇੱਕ ਅੱਖਰ ਨੰਨਾ ਜਿਹੜਾ ਦੁਨੀਆ ਤੋਂ ਛੁਡਾਉਂਦਾ, ਬੰਧਨਾਂ ਤੋਂ ਛੁਡਾਉਂਦਾ ਤੇ ਮੰਮਾ ਉਸ ਮਾਲਿਕ ਨਾਲ ਮਿਲਾਉਂਦਾ, ਤਾਂ ਉਹ ਸਾਨੂੰ ਸਾਡੇ ਸਾਰੇ ਸ਼ੰਕੇ ਦੂਰ ਕਰਕੇ ਨਿੱਜ ਘਰ ਪਹੁੰਚਾ ਦਿੰਦਾ ਹੈ। ਉਹ ਗੁਰੂ ਬੰਦੀ ਛੋੜ ਹੈ ਜਿਹੜਾ ਜੀਵ ਨੂੰ ਜਨਮਾਂ ਜਨਮਾਂ ਦੇ ਬੰਧਨਾਂ ਤੋਂ ਮੁਕਤ ਕਰਵਾ ਦਿੰਦਾ ਹੈ। ਤਾਂ ਦੋਸਤੋ, ਇਹ ਬਾਣੀ ਹੈ ਮਦਨ ਸਾਹਿਬ ਜੀ ਦੀ। ਮਦਨ ਸਾਹਿਬ ਦੀ ਪੁਸਤਕ ਬਹੁਤ ਹੀ ਰੌਚਕ ਸਰਲ ਤਰੀਕੇ ਨਾਲ ਲਿਖੀ ਗਈ ਹੈ ਤੇ ਜੋ ਵੀ ਸਾਡੇ ਸੰਤ ਮਤ ਦੇ ਰੂਹਾਨੀਅਤ ਦੇ ਗੂੜ ਵਿਸ਼ੇ ਨੇ ਉਹਨਾਂ ਨੂੰ ਬੜੇ ਸਰਲ ਤੇ ਸੌਖੇ ਤਰੀਕੇ ਨਾਲ ਪੇਸ਼ ਕੀਤਾ ਹੈ। ਤਾਂ ਇਸ ਰੂਹਾਨੀਅਤ ਦੇ ਤਲਬਗਾਰ ਚੈਨਲ ਦੇ ਜ਼ਰੀਏ ਸਾਡੀ ਛੋਟੀ ਜਿਹੀ ਨਿਮਾਣੀ ਕੋਸ਼ਿਸ਼ ਹੈ ਕਿ ਮਦਨ ਸਾਹਿਬ ਦੇ ਸੰਦੇਸ਼ ਨੂੰ ਤੁਹਾਡੇ ਤੱਕ ਇਸ ਪ੍ਰੈਜੈਂਟੇਸ਼ਨ ਦੇ ਜ਼ਰੀਏ ਰੌਚਕ ਤਰੀਕੇ ਨਾਲ ਪਹੁੰਚਾਇਆ ਜਾਵੇ। ਮਦਨ ਸਾਹਿਬ ਇਹਨਾਂ ਦੀ ਹੱਥਲੀ ਪੁਸਤਕ, ਇਹਨਾਂ ਨੇ ਆਪਣੇ ਗੁਰੂ ਦੀ ਬਹੁਤ ਵਡਿਆਈ ਕੀਤੀ ਹੈ। ਵਿਚਾਰ ਕਰੀਏ, ਮਦਨ ਸਾਹਿਬ ਜੀ ਦੇ ਗੁਰੂ ਕੌਣ ਸਨ? ਮਦਨ ਸਾਹਿਬ ਜੀ ਦੇ ਗੁਰੂ ਸਨ ਗੁਰੂ ਰਾਧਾਪਤੀ ਜੀ। ਆਪ ਕਬੀਰ ਜੀ ਦੇ ਵੰਸ਼ਜ ਸਨ। ਇਸ ਲਈ ਆਪਦੀ ਬਾਣੀ ਦੇ ਵਿੱਚ ਬਹੁਤ ਕੁਝ ਗੁਰੂ ਨਾਲ ਸੰਬੰਧਿਤ ਹੈ ਤੇ ਕਈ ਜਗ੍ਹਾ ਤਾਂ ਆਪਨੇ ਆਪਣੀ ਬਾਣੀ ਵਿੱਚ ਕਬੀਰ ਸਾਹਿਬ ਦਾ ਹਵਾਲਾ ਦਿੱਤਾ ਹੈ, ਜਿੱਥੋਂ ਕਈ ਪਾਠਕਾਂ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਸ਼ਾਇਦ ਬਾਣੀ ਕਬੀਰ ਸਾਹਿਬ ਜੀ ਦੀ ਹੈ। ਦਰਅਸਲ ਮਦਨ ਸਾਹਿਬ ਉਹਨਾਂ ਦੇ ਗੁਰੂ ਰਾਧਾਪਤੀ ਜੀ ਆਪ ਕਬੀਰ ਜੀ ਦੇ ਵੰਸ਼ਜ ਸਨ। ਆਪ ਆਪਣੇ ਗੁਰੂ ਦੀ ਵਡਿਆਈ ਕਰਦੇ ਸਮਝਾਉਂਦੇ ਨੇ, ਰਾਧਾਪਤੀ ਗੁਰੂ ਧन्य ਹੈ, ਧन्य हमारे ਭਾਗ, ਜਿਹੀ ਟੂਕ ਨਜ਼ਰ ਨਿਹਾਰਤੇ ਭਏ ਨਾਮ ਅਨੁਰਾਗ। ਕਹਿੰਦੇ ਰਾਧਾਪਤੀ ਗੁਰੂ ਧੰਨ ਨੇ, ਸਾਡੇ ਭਾਗ ਧੰਨ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਗੁਰੂ ਮਿਲ ਗਿਆ, ਜਿਨ੍ਹਾਂ ਨੇ ਆਪਣੀ ਇੱਕ ਰਹਿਮਤ ਦੀ ਨਜ਼ਰ ਦੇ ਨਾਲ ਸਾਡੇ ਭਾਗ ਜਗਾ ਦਿੱਤੇ, ਸਾਨੂੰ ਉਸ ਮਾਲਿਕ ਨਾਲ ਪ੍ਰੇਮ ਪੈਦਾ ਕਰ ਦਿੱਤਾ, ਲਗਨ ਜਗਾ ਦਿੱਤੀ। ਸੋ ਦੋਸਤੋ, ਮਦਨ ਸਾਹਿਬ ਇਹਨਾਂ ਦੁਆਰਾ ਰਚਿਤ ਪੁਸਤਕ ਨਾਮ ਪ੍ਰਕਾਸ਼ ਤੇ ਇਸ ਤੋਂ ਇਲਾਵਾ ਇਹਨਾਂ ਦੀ ਇੱਕ ਹੋਰ ਪੁਸਤਕ ਪ੍ਰਾਪਤ ਹੋਈ ਸ਼ਬਦ ਵਿਲਾਸ। ਮਦਨ ਸਾਹਿਬ ਦੀ ਇਹ ਦੋਨੋਂ ਕਿਤਾਬਾਂ ਨਾਮ ਪ੍ਰਕਾਸ਼ ਤੇ ਸ਼ਬਦ ਵਿਲਾਸ ਦੋਨੋਂ ਹੀ ਇੱਕ ਪੁਸਤਕ ਦੇ ਵਿੱਚ ਦਰਜ ਹਨ। ਮਦਨ ਸਾਹਿਬ ਦੀ ਇਹ ਪੁਸਤਕ ਹਿੰਦੀ ਵਿੱਚ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਵਿੱਚ ਪ੍ਰਾਪਤ ਹੈ। ਵਿਚਾਰ ਕਰੀਏ, ਮਦਨ ਸਾਹਿਬ ਆਪਣੇ ਗੁਰੂ ਬਾਰੇ ਕੀ ਸਮਝਾਉਂਦੇ ਨੇ? ਆਪਣੇ ਗੁਰੂ ਦੀ ਵਡਿਆਈ ਤਾਂ ਕੀਤੀ ਹੀ ਹੈ ਤੇ ਨਾਲ ਹੀ ਸੰਦੇਸ਼ ਦਿੱਤਾ ਕਿ ਗੁਰੂ ਰਾਧਾਪਤੀ ਜੀ ਪੂਰੇ ਗੁਰੂ ਸਨ, ਜਿਨ੍ਹਾਂ ਨੇ ਦੋ ਅੱਖਰਾਂ ਦਾ ਭੇਦ ਸਮਝਾ ਦਿੱਤਾ। ਮਦਨ ਸਾਹਿਬ ਆਪਣੇ ਗੁਰੂ ਦੁਆਰਾ ਸਾਨੂੰ ਸਮਝਾਉਂਦੇ ਨੇ ਕਿ ਜ਼ਿੰਦਗੀ ਦੇ ਮੁਕਾਮ ਤੱਕ ਪਹੁੰਚਣ ਦੇ ਲਈ, ਆਪਣੇ ਅਸਲ ਮਕਸਦ ਤੱਕ ਪਹੁੰਚਣ ਦੇ ਲਈ ਚਾਰ ਭੇਦ ਜਾਣਨੇ ਬਹੁਤ ਜ਼ਰੂਰੀ ਨੇ। ਸੋ ਇਹ ਪੁਸਤਕ ਸ਼ੁਰੂਆਤ ਵਿੱਚ ਹੀ ਮਦਨ ਸਾਹਿਬ ਦੇ ਨਾਮ ਪ੍ਰਕਾਸ਼ ਨੂੰ ਵਰਣਨ ਕਰਦੀ ਹੈ। ਪੁਸਤਕ ਦੇ ਪਹਿਲੇ ਭਾਗ ਵਿੱਚ ਨਾਮ ਪ੍ਰਕਾਸ਼ ਦੇ ਜ਼ਰੀਏ ਚਾਰ ਭੇਦ ਦਾ ਵਰਣਨ ਕੀਤਾ ਗਿਆ ਹੈ। ਵਿਚਾਰ ਕਰੀਏ, ਇਹ ਚਾਰ ਭੇਦ ਕਿਹੜੇ ਨੇ? चार भेद प्रकाशिया, तीन ज्ञान को भेद, चौथा भेद विज्ञान को, ताको कियो निषेध। आओ दोस्तों विचार करते हैं कि ये चार भेद किहड़े ने। आपने गुरु ने समझा दिता। पहला भेद माया, दूसरा भेद तिन्ना गुणा की रचना ते काल की व्याख्या कर दी। चौथे भेद तो परदा चकते हुए समझाते ने आत्मा का ते गुरु का, भाव वो परमात्मा का रूप जो पूरा गुरु है, आत्मा ते परमात्मा का रिश्ता की है। ते चौथा भेद समझा दिता, प्रभु प्राप्ति का जो जरिया है वह नाम साधना है और एक तरह की विज्ञान है। जरा खोल के विचार करते हैं। गुरु ने पहला भेद समझाया सानू माया का। दोस्तों, मदन साहब जी ने माया नू पौ कह के बयान किया है।
कि जो भी पसारा दुनिया विच नज़र आउंदा है सब पौ दा पसारा है, माया दा पसारा है। दूसरा भेद समझाया कि ये माया, ये जो दुनिया संसार जो असीं अखां नाल देखदे हां, कहंदे तिन्नां गुणां विच दर्ज है, रजोगुण तमोगुण सतगुण, और ये सारी काल दी रचना है, काल दे अधीन है। तो फिर तीसरे भेद तो पर्दा चक के समझाउंदे ने, जे रचना काल दी है तो काल नूं भी तो किसी ने बनाया है। काल नूं बनाया है अकाल ने, उस परम पिता परमेश्वर ने। कहंदे ये आत्मा उस परमेश्वर दी अंश है। ते फिर आत्मा ते परमात्मा दा रिश्ता की है, आपने इस ज्ञान नूं खोल के समझाया। ते चौथा प्रभु भगती दा विज्ञान। फरमाउंदे ने गुरु ने सानू माया दा ज्ञान दे दिता, तिन्नां गुणां दी रचना ते काल दा समझा दिता, आत्मा ते परमात्मा दा रिश्ता समझा दिता, गुरु दी जरूरत समझा दिती, भाव बहुत सारा रूहानी ज्ञान दे दिता। फरमाउंदे ने हुण इस रूहानी ज्ञान नूं परखण दा समा है। विज्ञानक तरीके अनुसार प्रयोगशाला विच लैबोरेटरी विच टेस्ट करके देख लईए। ते वो टेस्ट करन दा नाम है नाम साधना। कहंदे जो भी ज्ञान है गुरु ने दिता है, ग्रंथां पोथियां विच दर्ज है, उहनूं असीं शरीर रूपी लैबोरेटरी विच, शरीर रूपी प्रयोगशाला विच पा के टेस्ट करना है। गुरु ने 5 नाम दा भेद समझा दिता। कहंदे फिर उस नाम साधना नूं इस शरीर विच बैठ के देख लईए कि ये सच है कि नहीं। हुण जिस तरह बच्चे स्कूल विच पहलां सिੱਖਦੇ ने, ज्ञान प्राप्त करते ने, साइंस नूं पढ़ते ने, फिर वो सारे पढ़े हुए तत्थां नूं प्रयोगशाला विच जाके चैक करते हैं। ठीक इसे तरह मदन साहब दा संदेश की है, जो गुरु ने ज्ञान दिता, जो सानू काल दा अकाल दा माया दा भेद समझाया, कहंदे शरीर विच बैठ के नाम दी जुगती दे नाल, नाम साधना दे नाल उहनूं प्रयोगशाला विच पा के एक्सपैरीमेंट करके देख लईए। तां ये एक्सपैरीमेंट करन दी कोशिश करिए। मदन साहब जी ने इस पुस्तक दे जरिए एक छोटा जिहा सानू उपराला करके समझाउण दी कोशिश कीती कि जो साडा मनुखी जन्म दा मकसद है, टारगेट है, उस मालिक नाल मिलना, उहदी शुरुआत किस तरह हुंदी है। आपने 4 पद 4 भेद समझा के सानू की पैगाम दिता कि पहला साडा जो गुरु ने सानू दस्या है पद, पहला स्थान, पहली अवस्था, वो है सहंस दल कंवल, जिथे बाकी जोगियां दा जो भी उन्हां दी भगती दा तरीका है, जो उन्हां दी जप तप साधना है, जिथे वो खत्म हो जाती है, संत मत उत्थों शुरू हुंदा है। आपने सहंस दल दा इशारा कर दिता अखां दे विचकार। कहंदे जो कमल है उत्थे गुरु दी जुगती नाल ध्यान लगाइए, फिर की होएगा। अगले पद ते उपरले पड़ाव ते दूसरी कंडीशन च पहुंचते हैं त्रिकुटी विच। फरमाउंदे ने त्रिकुटी तो उपर की है, 10वां द्वार आ जाता है, ते 10वें द्वार तो उपर की है, सतलोक है। हुण ये मदन साहिब दा जो उपदेश है, इहदा असली रस्ता आप पढ़ के, आप प्रयोग करके, विज्ञानिक तरीके नाल असी आप करके देख लईए, तां फिर नतीजा भी उहदा उन्ना ही असली होवेगा जिन्ना असली तरीके नाल असी नूं उपयोग करके देखांगे। मदन साहब ने पहले रूहानी मंडल का जिक्र किया, जिसनों असी सहंस दल कमल कहंदे हां। फरमाउंदे ने गुरु दे दिते शब्द अभ्यास ते ध्यान दे जरिए उत्थे तक पहुंचा जा सकता है। जदों शब्द अभ्यास ते ध्यान दे नाल जीव रोज रोज उस प्रयोगशाला विच जाके शरीर विच बैठ के इस अभ्यास नूं करदा है, अमल विच लिआउंदा है, कहंदे विषय विकारां तो भोगां तो उपराम हो जाता है। ते फिर दूसरा रूहानी मंडल त्रिकुटी,
ਸਮਝਾਉਂਦੇ ਨੇ ਇੱਥੇ ਤ੍ਰਿਕੁਟੀ ਵਿੱਚ ਆ ਕੇ ਮਨ ਅਤੇ ਆਤਮਾ ਦੀ ਗੱਠ ਖੁੱਲ੍ਹ ਜਾਂਦੀ ਹੈ, ਕਰਮਾਂ ਦਾ ਨਾਸ਼ ਹੋ ਜਾਂਦਾ ਹੈ। ਫਿਰ ਆਤਮਾ ਤੀਸਰੇ ਮੰਡਲ ਵੱਲ ਵੱਧਦੀ ਹੈ। ਤੀਸਰਾ ਰੂਹਾਨੀ ਮੰਡਲ, ਜਿਸ ਨੂੰ ਦਸਮ ਦੁਆਰ ਦਾ ਨਾਮ ਦਿੱਤਾ ਗਿਆ ਹੈ। ਦਸਮ ਦੁਆਰ ਵਿੱਚ ਦਰਅਸਲ ਸਹਿਜ ਸਮਾਧੀ ਸ਼ੁਰੂ ਹੋ ਜਾਂਦੀ ਹੈ। ਆਤਮਾ ਸ਼ਬਦ ਦੇ ਨਿਰਮਲ ਸਰੋਵਰ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੰਦੀ ਹੈ। ਇੱਥੇ ਮਦਨ ਸਾਹਿਬ ਜੀ ਨੇ ਸਾਨੂੰ ਕੀ ਸੰਕੇਤ ਦਿੱਤਾ ਕਿ ਤੀਸਰਾ ਰੂਹਾਨੀ ਮੰਡਲ ਦਰਅਸਲ ਸਹਿਜ ਸਮਾਧੀ ਦੀ ਸ਼ੁਰੂਆਤ ਹੈ। ਇੱਥੇ ਪਹੁੰਚ ਕੇ ਅਨੰਤ ਜਨਮਾਂ ਦੇ ਕਰਮਾਂ ਦਾ ਸਫਾਇਆ ਹੋ ਜਾਂਦਾ ਹੈ ਤੇ ਫਿਰ ਆਤਮਾ ਨਿਰੋਲ ਹੋ ਕੇ ਉੱਪਰ ਵੱਧਦੀ ਹੈ ਚੌਥੇ ਰੂਹਾਨੀ ਮੰਡਲ ਵਿੱਚ, ਜਿਸ ਦਾ ਨਾਮ ਸਤਲੋਕ ਹੈ। ਇੱਥੇ ਪਹੁੰਚ ਕੇ ਸਹਿਜ ਸਮਾਧੀ ਪੂਰੀ ਹੋ ਜਾਂਦੀ ਹੈ, ਪਰ ਇਹ ਅਵਸਥਾ ਆਮ ਕਰਕੇ ਸਾਨੂੰ ਸੌਖੇ ਤਰੀਕੇ ਨਾਲ ਨਹੀਂ ਮਿਲ ਜਾਂਦੀ। ਮਨ ਦੇ ਨਾਲ ਘੋਲ ਕਰਨਾ ਪੈਂਦਾ ਹੈ, ਗੁਰੂ ਦੇ ਦੱਸੇ ਗਿਆਨ ਨੂੰ ਅਮਲ ਵਿੱਚ ਲਿਆਉਣਾ ਪੈਂਦਾ ਹੈ, ਵਿਗਿਆਨਿਕ ਢੰਗ ਨਾਲ ਸਰੀਰ ਵਿੱਚ ਬੈਠ ਕੇ। ਕਹਿੰਦੇ ਫਿਰ ਇਸ ਸਫ਼ਰ ਤੋਂ ਸ਼ੁਰੂ ਹੋ ਕੇ ਸਤਲੋਕ ਤੱਕ ਪਹੁੰਚਦੇ ਹਾਂ, ਜਿੱਥੇ ਅਜੱਪਾ ਜਾਪ ਚੱਲਦਾ ਹੈ। ਅਜੱਪਾ ਜਾਪ ਹਰ ਵੇਲੇ ਸ਼ਬਦ ਧੁਨ ਗੂੰਜਦੀ ਹੈ। ਫਿਰ ਇੱਥੇ ਆ ਕੇ ਸਾਨੂੰ ਹੱਥ ਮੂੰਹ ਦੇ ਨਾਲ ਕੋਈ ਯਤਨ ਕਰਕੇ ਬੋਲਣਾ ਨਹੀਂ ਪੈਂਦਾ। ਇਹ ਜਾਪ ਆਪਣੇ ਆਪ ਨਿਰੰਤਰ ਚੱਲਦਾ ਹੈ ਤੇ ਸਹਿਜ ਸਮਾਧੀ ਦੀ ਅਵਸਥਾ ਪੂਰਨ ਸੰਪੂਰਨ ਹੋ ਜਾਂਦੀ ਹੈ। ਸਹਿਜ ਸਮਾਧੀ ਦੀ ਇਹ ਅਵਸਥਾ ਅਤੀ ਆਨੰਦਦਾਇਕ ਹੈ। ਸਮਝਾਉਂਦੇ ਨੇ ਇਸ ਤੋਂ ਅੱਗੇ ਵੀ ਹੈ। ਦਿਨੋਂ ਦਿਨ ਇਹ ਅਵਸਥਾ ਵੱਧਦੀ ਜਾਂਦੀ ਹੈ। ਅਜੱਪਾ ਜਾਪ ਸ਼ਬਦ ਧੁਨ ਹਰ ਵੇਲੇ ਚੱਲਦੀ ਰਹਿੰਦੀ ਹੈ। ਸਹਿਜੋ ਬਾਈ ਜੀ ਸਮਝਾਉਂਦੇ ਨੇ, ਸੰਤੋ सहज समाधि भली है, गुर प्रताप जा दिन से जागी, दिन दिन अधिक चली है। कहते सहज समाधि की अवस्था गुरु दे प्रताप नाल, गुरु दे दसे रस्ते ते चल के उन्हां दी दया मेहर दे नाल दिन ब दिन वधदी ही जाती है। फिर चौथा जो रूहानी मंडल है, सतलोक है, उत्थे जाके की हुंदा है, मन नाल कोल करके इस समाधि की अवस्था पूर्ण हो जाती है। विचार करिए मदन साहब जी दे की बचन ने, फरमाते ने, कोई विरला सूरबीर शिष्य जो गुरु तो लए शब्द के कमान द्वारा सुरत दा तीर चला के काल नूं जित लैंदा है ते चौथे पद विच पहुंच जांदा है। फिर कहंदे ਉਹ ਹਮੇਸ਼ਾ ਹਮੇਸ਼ਾ ਲਈ ਇਸ ਕਰਮਾਂ ਦੇ ਚੱਕਰ ਤੋਂ, ਇਸ ਮਾਤਲੋਕ ਵਿੱਚ ਜੰਮਣ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਪਰ ਵਡਿਆਈ ਕਿਸ ਦੀ ਹੈ? ਗੁਰੂ ਦੀ। ਰੂਹਾਨੀਅਤ ਦੇ ਤਲਬਗਾਰ ਦੇ ਇਸ ਭਾਗ ਵਿੱਚ ਇੰਨਾ ਹੀ ਹੈ। ਅਗਲਾ ਭਾਗ ਤੀਸਰਾ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ। ਉਮੀਦ ਹੈ ਦੋਸਤੋ कि मदन साहब दी इस पुस्तक के कुछ अंश जो पेश किए गए तुहाडी रूहानीयत की तलब नूं होर जागृत करनगे। उदों तक स्टे कनैक्टेड, लाइक शेयर करना ना भुलना। जे तुसी चाहुंदे हो कि असी तुहाडे लई होर वीडियो लैके आइए तो सबसक्राइब करना ना भुल्लो। चैनल का नाम तुहानूं पता ही है, रूहानीयत दे तलबगार द स्पिरिचुअल टेस्ट। शुक्रिया दोस्तों, धन्यवाद।